बहुत ही प्यारे बच्चों, अज आपां सूफी काव्य दे विच वजीद जी की रचना पढ़ांगे बच्चों। ठीक है, यह मध्यकालीन पंजाबी काव्य झलकां ते इतिहास पुस्तक दे विच दर्ज है बच्चों। तो पर उस तो पहला मैं वजीद जी की जिंदगी के बारे तुहानूं कुछ गल्लां दस्सांगी जो सारी जिंदगी तुहाडे काम आउणगीਆਂ। वजीद जी पंजाबी के प्रसिद्ध सूफी कवि होए हन। इन्हां दे जीवन संबंधी बहुते वेरवे प्राप्त ना होण करके इन्हां दे जन्म बारे निश्चित रूप विच दस्सिया जाना मुश्किल है। कुछ विद्वान आप दा समां 1550 ईस्वी तो 1660 ईस्वी तक का निश्चित करते हैं अते आप नूं जलंधर का जंपल दसते हैं। कुछ विद्वान आप दा जन्म 1130 हिजरी मुताबक 1718 ईस्वी विच काबल विच होया मनते हैं। वजीद जी की रचना मुख्य तौर पर सलोक रूप विच मिलती है। इन्हां विच आप ने अड़िल अते दोहरा आदि छंद वरते हैं। तो आप दे जो रचना के पहलू हैं बच्चे वो जीवन की अस्थिरता नाशमानता का उल्लेख किया है। नैतिक कदरां कीमतां नूं उन्होंने अगे रखा है। ठीक है ना, वो बार बार यही दर्शाते हैं कि परमात्मा सर्वशक्तिमान है, सारा संसार उस दी मर्जी नाल चलदा है। परमात्मा के सामने मनुख कुछ भी नहीं अते ओह किसी भी तरह परमात्मा की करनी मोड़ नहीं सकता। कौन साहिब नूं आखे इउं नहीं इंज कर, तुक राही वो परमात्मा दियां करनियां उत्ते व्यंग करते हैं। आप दी बोली ठेठ पंजाबी है। आप दे कई सलोक लोकां दी जुबान उत्ते चढ़े हुए हैं। हथले काव्य संग्रह विच शामिल किए गए सलोकां विच आपने समाजिक अन्याय विरुद्ध आवाज़ उठाई है अते व्यंगात्मक अंदाज विच इसकी जिम्मेवारी रब उत्ते सुट्टी है। बच्चों बहुत सोहना लिखते हैं लोग ना, अखाणा के तौर पर भी इन्हां अल्फाजां नूं वरतते हैं। बहुत सोहना लिखते हैं, जिंदगी नूं सेध दिंदे ने ते सौखी पंजाबी है, तुहानूं समझ आसानी नाल आ जाएगी बच्चों। ठीक है, चलो फिर आपां शुरू करिए। मूर्ख नो असवारी हाथी घोड़ियां, पंडित पैर प्यादे पाटे जोड़ियां, करदे सुगड़ मजूरी मूर्ख दे जाए घर, वजीदा कौन साई नूं आखे इउं ना इंज कर। देखो कितना सोहना लिखिया बच्चों। तो पहलां जिहड़े सियाणे बजुर्ग हुंदे सन ना बच्चों, ਉਹ आम ही इन्हां दी गल्लां नूं मतलब कह के दूजिਆਂ ਨੂੰ समझाउंदे सन। प्यादे पैदल तुरना, जोड़ियां मतलब जुत्तियां दे विच है ना, सुगड़ सियाणे। ਤਾਂ ਆਪਾਂ ਪ੍ਰਸੰਗ ਕਿੱਦਾਂ ਲਿਖਾਂਗੇ ਬੱਚੋ ਇਹਨਾਂ ਦੀ ਰਚਨਾਵਾਂ ਦੇ ਕਿ ਇਹ ਕਾਵਿ ਟੋਟਾ ਵਜੀਦ ਜੀ ਦਾ ਰਚਿਆ ਹੋਇਆ ਹੈ। ਇਹ ਸ਼ਲੋਕ ਹੈ, ਇਹ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚੋਂ ਲਿਆ ਗਿਆ ਹੈ। ਆਪਣੇ ਸ਼ਲੋਕਾਂ ਵਿੱਚ ਵਜੀਦ ਜੀ ਨੇ ਰੱਬ ਦੀ ਮਰਜ਼ੀ ਅੰਦਰ ਜੀਵਾਂ ਉੱਪਰ ਹੋ ਰਹੀਆਂ ਮਿਹਰਾਂ ਅਤੇ ਬਖਸ਼ਿਸ਼ਾਂ ਅਤੇ ਇਸ ਦੇ ਉਲਟ ਜਬਰ ਤੇ ਕਹਿਰ ਦਾ ਵਰਣਨ ਕਰਕੇ ਰੱਬੀ ਭਾਣੇ ਦੀ ਬੇਪਰਵਾਹੀ ਨੂੰ ਜਿਹੜਾ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਧ ਕੀਤਾ ਹੈ। ਬੱਚੋ ਪ੍ਰਸੰਗ ਆਪਾਂ ਅੱਗੇ ਵਾਲਾ ਇੱਦਾਂ ਹੀ ਲਿਖਾਂਗੇ ਵੀ ਇਹ ਕਾਵਿ ਟੋਟਾ ਕਿੱਥੋਂ ਲਿਆ ਗਿਆ ਹੈ, ਪਰ ਜਿਹੜੀਆਂ ਅਖੀਰਲੀਆਂ ਸਤਰਾਂ ਨੇ ਨਾ, ਆਪਾਂ ਹਰ ਇੱਕ ਜੋ ਪ੍ਰਸੰਗ ਤੁਹਾਨੂੰ ਆਏਗਾ ਪੇਪਰ ਦੇ ਵਿੱਚ ਉਸੇ ਹਿਸਾਬ ਨਾਲ ਆਪਾਂ ਵਿਆਖਿਆ ਦੇ ਵਿੱਚ ਉਹ ਅਖੀਰਲੀਆਂ ਸਤਰਾਂ ਲਿਖਾਂਗੇ। ਠੀਕ ਹੈ, ਵੀ ਕੀ ਕਿਹਾ ਗਿਆ, ਬਾਕੀ ਉਂਝ ਸਾਰਿਆਂ ਦਾ ਇਕਸਾਰ ਹੀ ਹੈ। ਤਾਂ ਵਜੀਦ ਜੀ ਕਹਿੰਦੇ ਹਨ ਕਿ ਮੂਰਖਾਂ ਨੂੰ ਸਵਾਰੀ ਕਰਨ ਲਈ ਹਾਥੀ ਘੋੜੇ ਮਿਲ ਜਾਂਦੇ ਹਨ, ਪਰ ਉਹਨਾਂ ਦੇ ਮੁਕਾਬਲੇ ਤੇ ਵਿਦਵਾਨਾਂ ਨੂੰ ਪੈਦਲ ਤੁਰਨਾ ਪੈਂਦਾ ਹੈ ਤੇ ਉਹਨਾਂ ਦੀਆਂ ਜੁੱਤੀਆਂ ਟੁੱਟੀਆਂ ਹੁੰਦੀਆਂ ਹਨ। ਸਿਆਣੇ ਲੋਕਾਂ ਨੂੰ ਕਈ ਵਾਰ ਮੂਰਖਾਂ ਦੇ ਘਰ ਜਾ ਕੇ ਉਹਨਾਂ ਦੀ ਨੌਕਰੀ ਕਰਨੀ ਪੈਂਦੀ ਹੈ। ਅਸਲ ਵਿੱਚ ਇਹ ਸਭ ਕੁਝ ਰੱਬ ਦੇ ਭਾਣੇ ਅਨੁਸਾਰ ਹੀ ਹੁੰਦਾ ਹੈ। ਉਸ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਇਸ ਤਰ੍ਹਾਂ ਨਹੀਂ, ਸਗੋਂ ਉਸ ਤਰ੍ਹਾਂ ਕਰਨਾ ਚਾਹੀਦਾ ਹੈ। ਤੇ ਕੇਂਦਰੀ ਭਾਵ ਵੀ ਬੱਚੋ ਇਹਦੀ ਵਿਆਖਿਆ ਹੀ ਹੋਏਗੀ। ਠੀਕ ਹੈ, ਚੋਰਾਂ ਦੇ ਘਰ ਵਗ ਜੋ ਮਾਨਸ ਕਾਇਂਦੇ, ਪਏ ਅਮਾਨ ਠੱਗ ਜੋ ਫਾਹੇ ਪਾਇंदे, ਇਹ ਕੁਦਰਤ ਤੇਰੀ ਵਰਤੇ ਰੱਬਾ ਤੁਧ ਘਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਾ ਇੰਜ ਕਰ। ਠੀਕ ਹੈ ਨਾ, ਬਹੁਤ ਸੋਹਣਾ ਲਿਖਿਆ ਬੱਚੋ। ਵਗ ਮਤਲਬ ਪਸ਼ੂਆਂ ਦਾ ਸਮੂਹ, ਕਾਇंदे ਜ਼ਖਮੀ ਕਰਦੇ, ਅਮਾਨ ਈਮਾਨ ਵਾਲੇ, ਤੇ ਤੁਧ ਤੇਰੇ ਵਿੱਚ। ਠੀਕ ਹੈ, ਵਜੀਦ ਜੀ ਕਹਿੰਦੇ ਹਨ ਕਿ ਚੋਰੀਆਂ ਕਰਨ ਵਾਲਿਆਂ ਅਤੇ ਮਨੁੱਖ ਨੂੰ ਕਤਲ ਕਰਨ ਵਾਲੇ ਲੁੱਟਣ ਵਾਲਿਆਂ ਦੇ ਘਰੀ ਤਾਂ ਦੁੱਧ ਦੇਣ ਵਾਲੇ ਪਸ਼ੂ ਦੇ ਵੱਗ ਹਨ। ਫਰੇਬ ਤੇ ਧੋਖਾ ਅਤੇ ਦੂਜਿਆਂ ਨੂੰ ਫਾਹਾ ਲਾਉਣ ਵਾਲੇ ਠੱਗਣ ਵਾਲੇ ਇਮਾਨਦਾਰ ਕਹਾਉਂਦੇ ਹਨ ਕਿ ਹੇ ਰੱਬਾ, ਇਹ ਤੇਰਾ ਭਾਣਾ ਹੈ ਜੋ ਤੇਰੇ ਦਰ ਘਰ ਤੋਂ ਹੀ ਵਰਤ ਰਿਹਾ ਹੈ। ਇਸ ਅਨੁਸਾਰ ਚੋਰਾਂ ਤੇ ਠੱਗਾਂ ਨੂੰ ਸੁੱਖ ਆਰਾਮ ਮਿਲਦਾ ਹੈ। ਵਜੀਦ ਜੀ ਕਹਿੰਦੇ ਹਨ ਕਿ ਅਸਲ ਦੇ ਵਿੱਚ ਰੱਬ ਦੇ ਭਾਣੇ ਨੂੰ ਕੌਣ ਕਹੇ ਵੀ ਤੂੰ ਇੰਜ ਨਾ ਇੰਜ ਕਰ। ਠੀਕ ਹੈ, ਘੜੀ ਘੜੀ ਘੜਿਆਲ ਕੇ ਵਾਜੇ ਕਹਿਤ ਹੈ,
ਬਹੁਤੀ ਗਈ ਵਿਹਾਈ ਥੋੜੀ ਸੀ ਰਹਿਤ ਹੈ। ਸਾਈਂ ਬੇਗ ਸੰਭਾਲ ਕੇ ਜਮ ਕੀ ਰਾਰ ਹੈ। ਵਜੀਦਾ ਜਮ ਕੇ ਹਾਥ ਗੁਲੇਲ ਪਟਾਕਾ ਪਾਰ ਹੈ। ਬਹੁਤ ਸੋਹਣਾ ਲਿਖਿਆ ਬੱਚੋ। ਵਿਹਾਈ ਮਤਲਬ ਬੀਤ ਗਈ, ਰਾਰ ਵੈਰ। ਤਾਂ ਉਹ ਕਹਿੰਦੇ ਨੇ ਕਿ ਹੇ ਜੀਵ, ਸਮੇਂ ਦੀ ਸੂਚਨਾ ਦੇਣ ਵਾਲਾ ਘੜਿਆਲ ਜਿਹੜਾ ਹੁੰਦਾ ਨਾ ਘੰਟਾ, ਉਹ ਘੜੀ ਘੜੀ ਕਹਿ ਰਿਹਾ ਹੈ। ਉਹ ਕਹਿੰਦਾ ਹੈ ਕਿ ਤੇਰੀ ਉਮਰ ਦਾ ਬਹੁਤ ਹਿੱਸਾ ਬੀਤ ਚੁੱਕਿਆ ਹੈ, ਥੋੜ੍ਹਾ ਹਿੱਸਾ ਬਾਕੀ ਰਹਿ ਗਿਆ ਹੈ। ਤੈਨੂੰ ਛੇਤੀ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ, ਕਿਉਂਕਿ ਤੇਰੇ ਨਾਲ ਜਮਦੂਤ ਦਾ ਵੈਰ ਹੈ। ਜਮਦੂਤ ਮਤਲਬ ਇੱਕ ਧਾਰਨਾ ਵੀ ਬੰਦੇ ਨੂੰ ਮਨ ਤੋਂ ਬਾਅਦ ਲੈਣ ਆਉਂਦੇ ਨੇ, ਠੀਕ ਹੈ। ਉਸ ਦੇ ਹੱਥ ਵਿੱਚ ਗੁਲੇਲਾਂ ਫੜੀਆਂ ਹੋਈਆਂ ਹਨ ਵੀ ਤੇਰੇ 'ਤੇ ਇਹੋ ਜਿਹਾ ਨਿਸ਼ਾਨਾ ਲਾਏਗਾ, ਤੂੰ ਇੱਕਦਮ ਫੁੰਡਿਆ ਜਾਵੇਂਗਾ। ਇਸ ਕਰਕੇ ਤੈਨੂੰ ਆਪਣਾ ਸਮਾਂ ਗਵਾਉਣਾ ਨਹੀਂ ਚਾਹੀਦਾ, ਠੀਕ ਹੈ। ਕਿਆ ਸਮਝਾਈਏ ਗਿਆਨ ਅਗਿਆਨੀ ਜੀਵ ਕੋ, ਪੜੀ ਭਰਮ ਕੀ ਚੂਰਕ, ਠੀਕ ਹੈ। ਭੱਜੇ ਨਹੀਂ ਪੀਵ ਕੋ, ਨਿੰਮ ਨਾ ਮਿੱਠੀ ਹੋਏ ਸਿੰਚ ਗੁੜ ਘਿਓ ਸਿਓ। ਵਜੀਦਾ ਜੈਸਾ ਹੋਏ ਸੁਭਾਓ, ਜਾਏਗਾ ਜਿਉ ਸਿਓ। ਅਤੇ ਬਹੁਤ ਸੁੰਦਰ ਲਿਖਿਆ ਬੱਚੋ, ਬਹੁਤ ਸੋਹਣਾ। ਤਾਂ ਉਹ ਕਹਿੰਦੇ ਨੇ ਵੀ ਚੂਕ ਮਤਲਬ ਭੁੱਲ, ਪੀਵ ਪ੍ਰੀਤਮ, ਠੀਕ ਹੈ। ਤਾਂ ਜੀਵ ਬੜਾ ਅਗਿਆਨੀ ਹੈ, ਇਸ ਨੂੰ ਗਿਆਨ ਦੀ ਗੱਲ ਕੀ ਸਮਝਾਈ ਜਾਵੇ। ਉਸ ਦੇ ਮਨ ਵਿੱਚ ਤਾਂ ਝੂਠੀ ਮਾਇਆ ਦੇ ਭਰਮ ਭੁਲੇਖੇ ਹਨ, ਇਸ ਕਰਕੇ ਉਹ ਆਪਣੀ ਪ੍ਰੀਤਮ ਨੂੰ ਯਾਦ ਨਹੀਂ ਕਰਦਾ। ਅਸਲ ਵਿੱਚ ਇਹ ਭਰਮੀ ਦਾ ਸੁਭਾਅ ਨਿੰਮ ਵਰਗਾ ਹੈ, ਜੋ ਭਾਵੇਂ ਗੁੜ ਅਤੇ ਘਿਓ ਵਿੱਚ ਭਿਉਂ ਕੇ ਰੱਖਿਆ ਜਾਵੇ ਤਾਂ ਵੀ ਕੁੜੱਤਣ ਨਹੀਂ ਜਾਂਦੀ। ਵਜੀਦ ਜੀ ਕਹਿੰਦੇ ਹਨ ਕਿ ਅਜਿਹੇ ਮਨੁੱਖ ਦਾ ਸੁਭਾਅ ਇਹੋ ਜਿਹਾ ਬਣਿਆ ਹੁੰਦਾ ਹੈ, ਉਹ ਉਸ ਦੇ ਨਾਲ ਰਹਿੰਦਾ ਹੈ ਅਤੇ ਉਸ ਵਿੱਚ ਤਬਦੀਲੀ ਨਹੀਂ ਆਉਂਦੀ। ਫਿਰ ਉਸ ਤੋਂ ਬਾਅਦ ਅੱਗੇ ਆ ਗਿਆ, ਇੱਕ ਨਾ ਦੇ ਤਨ ਭਲੇ ਸ਼ਾਹ ਸਦਾਈ ਦੇ, ਪਹਿਰਨ ਮਖਮਲ ਖਾਸਾ ਮੁਸ਼ਕ ਹੰਢਾਈ ਦੇ। ਇੱਕ ਨਾ ਭਿੱਖ ਨਾ ਪੈਂਦੀ ਫਿਰਦੇ ਦਰ ਬਦਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਾ ਇੰਝ ਕਰ, ਠੀਕ ਹੈ। ਖਾਸਾ ਮਤਲਬ ਇਸ ਪ੍ਰਕਾਰ ਦਾ ਪਤਲਾ ਕੱਪੜਾ, ਮੁਸ਼ਕ ਖੁਸ਼ਬੂਦਾਰ ਤੇਲ। ਵਜੀਦ ਜੀ ਕਹਿੰਦੇ ਹਨ ਕਿ ਰੱਬੀ ਕਲਮ ਦੇ ਲੇਖ ਅਨੁਸਾਰ ਕੀ ਕੁਝ ਧਨਵਾਨ ਬਾਦਸ਼ਾਹ ਬਣ ਕੇ ਬਰੀਕ ਖਾਸਾ ਅਤੇ ਮਲਮਲ ਪਾਉਂਦੇ ਹਨ ਅਤੇ ਖੁਸ਼ਬੂਦਾਰ ਚੀਜ਼ਾਂ ਦੀ ਵਰਤੋਂ ਕਰਦੇ ਹਨ, ਪਰ ਦੂਸਰਿਆਂ ਨੂੰ ਦਰ ਦਰ ਫਿਰ ਕੇ ਵੀ ਭਿੱਖਿਆ ਨਹੀਂ ਮਿਲਦੀ। ਇਹ ਸਭ ਕੁਝ ਪਰਮਾਤਮਾ ਦੀ ਆਪਣੀ ਇੱਛਾ ਅਨੁਸਾਰ ਹੋ ਰਿਹਾ ਹੈ, ਠੀਕ ਹੈ। ਉਸਦੇ ਭਾਣੇ ਦੇ ਵਿੱਚ ਹੀ ਹੋ ਰਿਹਾ। ਕੋਈ ਰੱਬ ਨੂੰ ਇਹ ਨਹੀਂ ਕਹਿ ਸਕਦਾ ਵੀ ਤੂੰ ਇੰਝ ਨਾ ਇੰਝ ਕਰ। ਮਾਇਆ ਰਸ ਲਗ ਭੂਲੇ, ਮੌਤ ਨਹੀਂ ਸੁਝਾਏ, ਕਹਿ ਹਾਰੇ ਗ੍ਰੰਥ ਮੂੜ ਨਹੀਂ ਬੁਝਾਈ। ਹਰ ਕਾ ਨਾਮ ਅਗਿਆਨੀ ਹਿਰਦੇ ਨਾ ਲਿਆਵੀ, ਵਜੀਦਾ ਦੀਪਕ ਜਿਉ ਬੁਝ ਜਾਏ ਪ੍ਰਾਣ ਵੀ ਜਾਵੀ, ਠੀਕ ਹੈ ਨਾ। ਤਾਂ ਇਸ ਦੇ ਵਿੱਚ ਹਿਰਦੇ ਮਤਲਬ ਹਿਰਦੇ ਦੇ ਵਿੱਚ ਉਹ ਕਹਿੰਦੇ ਨੇ ਵੀ ਜਿਹੜੇ ਮਨੁੱਖ ਪਦਾਰਥਾਂ ਦੇ ਸਵਾਦ ਵਿੱਚ ਲੱਗ ਕੇ ਮੌਤ ਨੂੰ ਭੁੱਲ ਜਾਂਦੇ ਹਨ, ਉਸ ਨੂੰ ਧਾਰਮਿਕ ਗ੍ਰੰਥ ਸੰਸਾਰਕ ਪਦਾਰਥਾਂ ਨਾਲ ਮੋਹ ਪਾਉਣ ਲਈ ਕਹਿ ਕੇ ਗ੍ਰੰਥ ਹਾਰ ਗਏ ਹਨ, ਪਰੰਤੂ ਮੂਰਖ ਨੂੰ ਸਮਝ ਨਹੀਂ ਆਉਂਦੀ। ਉਹ ਗਿਆਨੀ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ। ਉਸ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਉਸ ਨੂੰ ਮੌਤ ਆਉਣੀ ਹੈ ਤਾਂ ਉਸ ਦੀ ਜਿਹੜੀ ਜੀਵਨ ਜੋਤ ਦੀਵੇ ਵਾਂਗ ਇੱਕਦਮ ਬੁਝ ਜਾਵੇਗੀ, ਉਸ ਦੇ ਸਾਹ ਖਤਮ ਹੋ ਜਾਣਗੇ। ਇੱਕ ਨਾ ਨੂੰ ਘਿਓ ਖੰਡ ਨਾ ਮੈਦਾ ਭਾਵੇ, ਬਹੁਤੀ ਬਹੁਤੀ ਮਾਇਆ ਲੱਦੀ ਆਵੇ। ਇੱਕ ਨਾ ਨਾਹੀ ਸਾਗ ਅਲੂਣਾ ਪੇਟ ਭਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਾ ਇਉਂ ਨਾ ਇੰਝ ਕਰ, ਠੀਕ ਹੈ ਨਾ। ਅਤੇ ਉਹ ਕਹਿੰਦੇ ਨੇ ਵੀ ਸੰਸਾਰ ਦੇ ਵਿੱਚ ਇੱਕ ਨੂੰ ਤਾਂ ਘਿਓ ਖੰਡ ਮੈਦੇ ਦੇ ਬਣੇ ਪਕਵਾਨ ਵੀ ਚੰਗੇ ਨਹੀਂ ਲੱਗਦੇ, ਉਹਨਾਂ ਕੋਲ ਮਾਇਆ ਬਹੁਤ ਹੁੰਦੀ ਹੈ ਅਤੇ ਇਹਨਾਂ ਵਧੀਆ ਚੀਜ਼ਾਂ ਦਾ ਸੇਵਨ ਚਾਹੁੰਦੇ ਹਨ ਅਤੇ ਇਸ ਕਰਕੇ ਉਹ ਅਜਿਹੇ ਪਕਵਾਨਾਂ ਤੋਂ ਨੱਕ ਵੱਟਦੇ ਹਨ। ਅਤੇ ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਢਿੱਡ ਭਰ ਕੇ ਖਾਣ ਲਈ ਅਲੂਣਾ ਸਾਗ ਵੀ ਨਹੀਂ ਮਿਲਦਾ। ਅਤੇ ਅਸਲ ਵਿੱਚ ਇਹ ਸਭ ਕੁਝ ਰੱਬ ਦੇ ਭਾਣੇ ਦੇ ਵਿੱਚ ਹੀ ਹੋ ਰਿਹਾ ਹੈ, ਠੀਕ ਹੈ ਨਾ। ਰੱਬ ਨੂੰ ਕੌਣ ਆਖੇ ਵੀ ਇੰਝ ਨਾ ਇੰਝ ਕਰ। ਚੋਰ ਜੋ ਕਰਦੇ ਚੋਰੀ ਲਿਆਵਣ ਲੁੱਟ ਕਰ, ਖਾਂਦੇ ਦੁੱਧ ਮਲਾਈ ਮਲਿੰਦੇ ਕੁੱਟ ਕਰ। ਜੋ ਰਹਿੰਦੇ ਤੇਰੀ ਆਸ ਸੁ ਜਾਣਦੇ ਭੁੱਖ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਾ ਇੰਝ ਕਰ, ਠੀਕ ਹੈ ਨਾ। ਵਜੀਦ ਜੀ ਕਹਿੰਦੇ ਨੇ ਕਿ ਜਿਹੜੇ ਚੋਰ ਲੁੱਟਮਾਰ ਕਰਦੇ ਹੋਏ ਲੁੱਟ ਦਾ ਮਾਲ ਆਪਣੇ ਘਰ ਵਿੱਚ ਲਿਆਉਂਦੇ ਹਨ, ਉਹ ਇਸ ਨੂੰ ਲੁੱਟ ਦੇ ਮਾਲ ਨਾਲ ਦੁੱਧ ਮਲਾਈਆਂ ਅਤੇ ਚੂਰੀਆਂ ਕੁੱਟ ਕੇ ਖਾਂਦੇ ਹਨ, ਪਰ ਇਹਨਾਂ ਦੇ ਮੁਕਾਬਲੇ ਜਿਹੜੇ ਲੋਕ ਰੱਬ ਦੀ ਆਸ 'ਤੇ ਰਹਿੰਦੇ ਹਨ ਉਹ ਭੁੱਖੇ ਮਰਦੇ ਹਨ। ਇਹ ਸਭ ਕੁਝ ਰੱਬ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ। ਕੌਣ ਰੱਬ ਨੂੰ ਕਹੇ ਵੀ ਤੂੰ ਇੰਝ ਨਾ ਇੰਝ ਕਰ, ਠੀਕ ਹੈ ਨਾ। ਨਾ ਕਰ ਖੁਦੀ ਗੁਮਾਨ ਜਵਾਨ ਮਰ ਜਾਏਗਾ, ਤਨ ਜੋਬਨ ਥਿਰ ਨਾਹੀ ਅੰਤ ਪਛਤਾਏਗਾ। ਜੈਸੇ ਕੱਚ की चूड़ी तैसी देह है, वजीदा थिर साहिब का नाम और सा खे है।
ਤਾਂ ਖੁਦੀ ਗੁਮਾਨ ਕੀ ਹੁੰਦਾ ਬੱਚਿਓ? ਹੰਕਾਰ। ਫਰੀਦ ਜੀ ਕਹਿੰਦੇ ਹਨ ਵੀ ਤੈਨੂੰ ਖੁਦੀ 'ਤੇ ਗੁਮਾਨ ਛੱਡਣਾ ਚਾਹੀਦਾ, ਵੀ ਤੂੰ ਆਪਣੀ ਜਵਾਨੀ ਦਾ ਮਾਣ ਨਾ ਕਰ, ਠੀਕ ਹੈ ਨਾ, ਵੀ ਇਹ ਤੂੰ ਬਹੁਤ ਜਲਦੀ ਮੌਤ ਦੇ ਹਵਾਲੇ ਹੋ ਜਾਵੇਂਗਾ। ਧਨ ਦੌਲਤ ਦਾ ਵੀ ਤੈਨੂੰ ਮਾਣ ਨਹੀਂ ਕਰਨਾ ਚਾਹੀਦਾ, ਠੀਕ ਹੈ ਨਾ। ਤੂੰ ਰੱਬ ਦਾ ਨਾਮ ਧਿਆ, ਸਿਮਰ, ਤੂੰ ਇਹ ਸਮਝ ਲਏਗਾ ਤਾਂ ਤੂੰ ਚੰਗਾ ਰਹੇਗਾ ਵੀ ਤੇਰਾ ਸਰੀਰ ਇੱਕ ਕੱਚ ਦੀ ਚੂੜੀ ਵਰਗਾ ਹੈ ਜੋ ਕਿਸੇ ਵੇਲੇ ਵੀ ਟੁੱਟ ਸਕਦਾ ਹੈ, ਠੀਕ ਹੈ ਨਾ। ਇਸ ਦੁਨੀਆ ਉੱਤੇ ਇੱਕ ਮਾਤਰ ਪ੍ਰਭੂ ਦਾ ਨਾਂ ਹੈ ਜੋ ਸਦਾ ਹੀ ਕਾਇਮ ਰਹੇਗਾ, ਬਾਕੀ ਚੀਜ਼ਾਂ ਨਾਸ਼ ਹੋ ਜਾਣਗੀਆਂ। ਘਿਓ ਅਤੇ ਸ਼ੱਕਰ ਮੈਦਾ ਮਿਲਦਾ ਕੁੱਤਿਆਂ, ਜਿਨ੍ਹਾਂ ਦਾ ਪੀਂਦੇ ਦੁੱਧ ਸੋ ਮਰਦੇ ਭੁੱਖਿਆਂ। ਬੀਜਣ ਗੌਹਣ ਵਾਹੁਣ ਘੜਸਣ ਬੰਨ ਕਰ, ਵਜੀਦਾ ਕੌਣ ਸਾਹਿਬ ਨੂੰ ਆਖੇ, ਇਉਂ ਨਾ ਅੰਜ ਕਰ, ਠੀਕ ਹੈ। ਵਜੀਦ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਕੁੱਤਿਆਂ ਨੂੰ ਘਿਓ ਸ਼ੱਕਰ ਦੀਆਂ ਚੂਰੀਆਂ ਦਿੱਤੀਆਂ ਜਾਂਦੀਆਂ ਹਨ, ਪਰ ਜਿਨ੍ਹਾਂ ਮੱਝਾਂ ਗਾਵਾਂ ਦਾ ਦੁੱਧ ਪੀਤਾ ਜਾਂਦਾ ਹੈ ਉਹਨਾਂ ਨੂੰ ਸੁੱਕਾ ਘਾਹ ਵੀ ਨਹੀਂ ਦਿੱਤਾ ਜਾਂਦਾ। ਬਲਦ ਜੋ ਅੰਨ ਪੈਦਾ ਕਰਨ ਲਈ ਖੇਤਾਂ ਨੂੰ ਵਾਹੁੰਦੇ ਹਨ, ਬੀਜਦੇ ਹਨ ਅਤੇ ਫਸਲਾਂ ਨੂੰ ਉਗਾਉਂਦੇ ਹਨ, ਉਹਨਾਂ ਨੂੰ ਰੱਸਿਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਜਾਂਦਾ ਹੈ। ਪਰ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ, ਵੀ ਜੋ ਵੀ ਕੁਝ ਹੋ ਰਿਹਾ ਉਹ ਪਰਮਾਤਮਾ ਦੇ ਭਾਣੇ ਨਾਲ ਹੋ ਰਿਹਾ, ਵੀ ਪਰ ਪਰਮਾਤਮਾ ਨੂੰ ਕੌਣ ਆਖੇ ਵੀ ਤੂੰ ਇੰਝ ਨਾ ਇੰਝ ਕਰ, ਠੀਕ ਹੈ ਨਾ। ਬਹੁਤ ਸੁੰਦਰ ਆ ਬੱਚਿਓ, ਠੀਕ ਹੈ, ਬਹੁਤ ਸੋਹਣਾ। ਕੇਂਦਰੀ ਭਾਵ ਵੀ ਆਪਾਂ ਵਿਆਖਿਆ ਦੇ ਵਿੱਚੋਂ ਹੀ ਲੈ ਲਾਂਗੇ ਬੱਚਿਓ, ਵੀ ਉਹ ਬਸ ਅੱਗੇ ਆਪਾਂ ਹੀ ਲਿਖ ਦਾਂਗੇ ਵੀ ਇਹ ਵਜੀਦ ਜੀ ਨੇ ਲਿਖਿਆ, ਅਤੇ ਵਜੀਦ ਜੀ ਕਹਿੰਦੇ ਨੇ ਵੀ ਜੋ ਵੀ ਕੁਝ ਹੋ ਰਿਹਾ ਪਰਮਾਤਮਾ ਦੇ ਭਾਣੇ ਦੇ ਵਿੱਚ ਹੋ ਰਿਹਾ, ਠੀਕ ਹੈ ਨਾ। ਨੈਤਿਕ ਸਿੱਖਿਆ ਦਿੰਦੇ ਨੇ ਆਪਾਂ ਨੂੰ। ਤਾਂ ਪ੍ਰਸ਼ਨ ਉੱਤਰ ਕਰਦੇ ਹਾਂ ਬੱਚਿਓ ਆਪਾਂ। ਵਜੀਦ ਜੀ ਅਨੁਸਾਰ ਕਿਸ ਨੂੰ ਉਸਦੀ ਮਰਜ਼ੀ ਕਰਨ ਤੋਂ ਰੋਕਿਆ ਜਾਂ ਮੋੜਿਆ ਨਹੀਂ ਜਾ ਸਕਦਾ? ਰੱਬ ਨੂੰ। ਵਜੀਦ ਜੀ ਅਨੁਸਾਰ ਕਿਸ ਨੂੰ ਰੋਕਿਆ ਜਾਂ ਮੋੜਿਆ ਨਹੀਂ ਜਾ ਸਕਦਾ? ਰੱਬ ਦੇ ਭਾਣੇ ਨੂੰ। ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿੱਚ ਕੌਣ ਹਾਥੀਆਂ ਅਤੇ ਘੋੜਿਆਂ ਦੀ ਸਵਾਰੀ ਕਰਦੇ ਨੇ? ਮੂਰਖ। ਅਤੇ ਰੱਬ ਦੇ ਭਾਣੇ ਵਿੱਚ ਕੌਣ ਨੰਗੇ ਪੈਰੀ ਜਾਂਦੇ ਨੇ? ਵਿਦਵਾਨ, ਠੀਕ ਹੈ। ਅਤੇ ਕਿਸ ਦੇ ਘਰ ਸਿਆਣਿਆਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ? ਮੂਰਖ, ਮੂਰਖਾਂ ਦੇ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਮੂਰਖਾਂ ਨੂੰ ਅਸਵਾਰੀ ਹਾਥੀ ਘੋੜਿਆਂ ਸ਼ਲੋਕ ਵਿੱਚ ਵਜੀਦ ਜੀ ਨੇ ਕਿਸ ਬਾਰੇ ਬਿਆਨ ਕੀਤਾ ਹੈ? ਸਮਾਜਿਕ ਅਨਿਆਂ ਦੇ। ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿੱਚ ਮਨੁੱਖਾਂ ਨੂੰ ਮਾਰ ਕੇ ਲੁੱਟਣ ਵਾਲੇ ਚੋਰਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਪਸ਼ੂਆਂ ਦੇ ਵੱਗ। ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿੱਚ ਕੌਣ ਇਮਾਨਦਾਰ ਬਣੇ ਫਿਰਦੇ ਹਨ? ਠੱਗ। ਰੱਬ ਦੇ ਭਾਣੇ ਵਿੱਚ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਹਨ? ਉਲਟੀਆਂ। ਵਜੀਦ ਜੀ ਅਨੁਸਾਰ ਘੜੀ ਘੜੀ ਵੱਜਦਾ ਘੜਿਆਲ ਕਿਸ ਗੱਲ ਦੀ ਚੇਤਾਵਨੀ ਦੇ ਰਿਹਾ ਹੈ? ਨੇੜੇ ਆ ਰਹੀ ਮੌਤ ਦੀ। ਵਜੀਦ ਜੀ ਅਨੁਸਾਰ ਅਗਿਆਨੀ ਕਿਹੜੇ ਭਰਮ ਕਰਕੇ ਜੀਵ ਗਿਆਨ ਦੀ ਗੱਲ ਨਹੀਂ ਸਮਝਦਾ? ਝੂਠੀ ਮਾਇਆ ਦੀ। ਵਜੀਦ ਜੀ ਅਨੁਸਾਰ ਨਿੰਮ ਕਿਸ ਚੀਜ਼ ਵਿੱਚ ਭਿਉਣ ਦੇ ਬਾਵਜੂਦ ਵੀ ਮਿੱਠੀ ਨਹੀਂ ਹੁੰਦੀ? ਗੁੜ ਅਤੇ ਘਿਓ ਦੇ ਵਿੱਚ। ਅਤੇ ਵਜੀਦ ਜੀ ਅਨੁਸਾਰ ਇਨਸਾਨ ਨੂੰ ਦਰ ਦਰ ਮੰਗਣ 'ਤੇ ਵੀ ਭਿੱਖਿਆ ਕਿਉਂ ਨਹੀਂ ਮਿਲਦੀ? ਰੱਬ ਦੇ ਭਾਣੇ ਕਰਕੇ, ਠੀਕ ਹੈ ਨਾ। ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿੱਚ ਕੌਣ ਦੁੱਧ ਮਲਾਈਆਂ ਅਤੇ ਚੂਰੀਆਂ ਖਾਂਦੇ ਨੇ? ਚੋਰ। ਵਜੀਦ ਜੀ ਅਨੁਸਾਰ ਮਨੁੱਖ ਨੂੰ ਕਿਸ ਚੀਜ਼ ਦਾ ਗੁਮਾਨ ਨਹੀਂ ਕਰਨਾ ਚਾਹੀਦਾ? ਧਨ ਅਤੇ ਜਵਾਨੀ ਦਾ। ਵਜੀਦ ਜੀ ਅਨੁਸਾਰ ਕਿਹੜੀ ਚੀਜ਼ ਸਥਿਰ ਟਿਕਣ ਵਾਲੀ ਨਹੀਂ? ਧਨ ਅਤੇ ਜਵਾਨੀ। ਉਹਨਾਂ ਅਨੁਸਾਰ ਕਿਹੜੀ ਚੀਜ਼ ਕੱਚ ਦੀ ਚੂੜੀ ਹੈ? ਮਨੁੱਖੀ 'ਤੇ। ਅਤੇ ਉਹਨਾਂ ਅਨੁਸਾਰ ਕਿਹੜੀ ਚੀਜ਼ ਸਥਿਰ ਹੈ? ਪੱਕੀ ਹੈ? ਰੱਬ ਦਾ ਨਾਮ। ਅਤੇ ਕਿਹਨਾਂ ਨੂੰ ਘਿਓ ਸ਼ੱਕਰ ਮਿਲਦੇ ਨੇ? ਕੁੱਤਿਆਂ ਨੂੰ, ਠੀਕ ਹੈ। ਕੌਣ ਭੁੱਖੇ ਮਰਦੇ ਨੇ? ਦੁੱਧ ਦੇਣ ਵਾਲੇ ਪਸ਼ੂ। ਅਤੇ ਇਹ ਜਿਹੜਾ ਹਰ ਇੱਕ ਕੰਮ ਕਿਸ ਦੇ ਅਨੁਸਾਰ ਹੋ ਰਿਹਾ ਹੈ? ਰੱਬ ਦੇ ਭਾਣੇ ਦੀ। ਰੱਬ ਦੇ ਹੱਥ ਵਿੱਚ ਕੀ ਫੜੀ ਹੋਈ ਹੈ? ਠੀਕ ਹੈ ਨਾ, ਬੰਦੂਕ, ਠੀਕ ਹੈ, ਜਾਂ ਕਹਿ ਲਓ ਹੁਕਮ। ਅਤੇ ਝੂਠੀ ਮਾਇਆ ਦੇ ਵਿੱਚ ਫਸੇ ਲੋਕ ਨੇ ਜਿਹੜੇ, ਉਹ ਕੀ ਹੁੰਦੇ ਨੇ? ਹੰਕਾਰੀ। ਅਤੇ ਵਜੀਦ ਜੀ ਨੇ ਆਪਣੇ ਸਲੋਕਾਂ ਵਿੱਚ ਸਾਹਿਬ ਕਿਸ ਨੂੰ ਕਿਹਾ ਹੈ? ਰੱਬ ਨੂੰ। ਅਤੇ ਸਹੀ ਗਲਤ ਦੇਖਦੇ ਹਾਂ ਬੱਚਿਓ। ਵਜੀਦ ਜੀ ਅਨੁਸਾਰ ਮੂਰਖਾਂ ਨੂੰ ਸਿਆਣੇ ਲੋਕਾਂ ਦੇ ਘਰ ਨੌਕਰੀ ਕਰਨੀ ਪੈਂਦੀ ਹੈ, ਠੀਕ ਹੈ। ਸਿਆਣੇ ਲੋਕਾਂ ਨੂੰ ਮੂਰਖਾਂ ਦੇ ਘਰ ਨੌਕਰੀ ਕਰਨੀ ਪੈਂਦੀ ਹੈ, ਸਹੀ ਹੈ। ਜਾਂ ਮੂਰਖਾਂ ਨੂੰ ਸਿਆਣੇ ਲੋਕਾਂ ਦੇ ਘਰ ਨੌਕਰੀ ਪੈਂਦੀ ਹੈ, ਗਲਤ ਹੈ, ਠੀਕ ਹੈ ਨਾ। ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ, ਸਹੀ ਹੈ, ਠੀਕ ਹੈ। ਸਰੀਰ ਦੀ ਕੱਚ ਦੀ ਚੂੜੀ ਵਰਗਾ ਨਹੀਂ ਜੋ ਕਿਸੇ ਵੇਲੇ ਟੁੱਟ ਸਕਦਾ ਹੋਵੇ, ਗਲਤ ਹੈ। ਅਤੇ ਅਗਿਆਨੀ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਵੱਲ ਧਿਆਨ ਦਿੰਦਾ ਹੈ, ਗਲਤ ਹੈ, ਠੀਕ ਹੈ। ਅਤੇ ਖਾਲੀ ਥਾਵਾਂ ਦੇਖਦੇ ਹਾਂ ਬੱਚਿਓ। ਅਸਲ ਵਿੱਚ ਸਭ ਕੁਝ ਡੈਸ਼ ਦੇ ਭਾਣੇ ਅਨੁਸਾਰ ਹੋ ਰਿਹਾ, ਰੱਬ ਦੇ। ਸਮੇਂ ਦੀ ਸੂਚਨਾ ਦੇਣ ਵਾਲਾ ਡੈਸ਼ ਘੜੀ ਘੜੀ ਵੱਜਦਾ ਹੈ, ਘੜਿਆਲ। ਵਜੀਦ ਜੀ ਦੇ ਅਨੁਸਾਰ ਪ੍ਰਭੂ ਦੇ ਨਾਂ ਹੀ ਦੇ ਵਿੱਚ ਰਹਿਣ ਵਾਲਾ ਕੀ ਹੁੰਦਾ ਹੈ ਬੱਚਿਓ? ਸਥਿਰ, ਠੀਕ ਹੈ। ਸੋ ਇਹ ਸਨ ਬੱਚਿਓ ਪ੍ਰਸ਼ਨ ਉੱਤਰ, ਪ੍ਰਸੰਗ ਸਹਿਤ ਵਿਆਖਿਆ, ਕੇਂਦਰੀ ਭਾਵ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਬੱਚਿਓ। ਸਾਹਿਤ ਪੜ੍ਹਿਆ ਕਰੋ, ਆਪਣਾ ਸਾਹਿਤ ਬਹੁਤ ਅਲੋਪ ਹੁੰਦਾ ਜਾ ਰਿਹਾ ਹੈ, ਠੀਕ ਹੈ ਨਾ। ਇਹਨੂੰ ਅਲੋਪ ਨਾ ਹੋਣ ਦਿਓ। ਤੁਸੀਂ ਇਸ ਨੂੰ ਪੜ੍ਹੋਗੇ ਤਾਂ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ
ਉਸ ਨੂੰ ਦੱਸੋਗੇ ਬੱਚਿਓ। ਤੁਸੀਂ ਭੁੱਲ ਜਾਓਗੇ ਤਾਂ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਬਿਲਕੁਲ ਹੀ ਭੁੱਲ ਜਾਵੇਗੀ। ਠੀਕ ਹੈ। ਸੋ ਮੈਨੂੰ ਆਸ ਹੈ ਵੀ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਬਚਾਓਗੇ, ਸਾਹਿਤ ਨੂੰ ਬਚਾਓਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।